क्योंकि ਉਹਦੀ बड़ी कमी है। क्रिकेटर ਤਾਂ ਜਾਂ ਫਿਰ ਫਿਲਮ ਸਟਾਰ ਜਾਂ ਫਿਰ ਬਾਕੀ ਚੀਜ਼ਾਂ ਤਾਂ ਹਰ ਕੋਈ ਕਰੀ ਜਾਂਦਾ। ਅੱਛੇ ਇਨਸਾਨ ਬਣਨ ਦੀ ਕਮੀ ਹਲੇ ਵੀ ਹੈਗੀ ਹੈ। You said ਕਿ quality time ਤੁਸੀਂ ਬੱਚਿਆਂ ਨਾਲ spend ਕਰਨਾ ਜੀ। ਚਾਹੁੰਦੇ ਹੋ। So what do you do in that time? I play with them. Cricket? No. I play different games. I love, you know, keep getting beaten from them ਕਿ ਉਹ ਜਦੋਂ ਦੌੜਦੇ ਆ ਮੈਂ ਪਿੱਛੇ ਰਹਿਣਾ ਉਹ ਪਸੰਦ ਕਰਦਾ, ਉਹਨਾਂ ਤੋਂ ਜਾਣ ਕੇ ਹਾਰਨਾ ਵਧੀਆ ਲੱਗਦਾ ਕਿਉਂਕਿ ਬੱਚਿਆਂ ਨੂੰ ਲੱਗਣਾ ਚਾਹੀਦਾ ਕਿ ਉਹ ਜਿੱਤ ਰਹੇ ਆ। ਰਨਿੰਗ ਦਾ ਬੜਾ ਸ਼ੌਂਕ ਆ ਮੇਰੀ ਬੇਟੀ ਨੂੰ, ਉਹ ਮੇਰੇ ਨਾਲ ਰਨਿੰਗ ਕਰਦੀ ਰਹਿੰਦੀ ਹੈ। ਮੈਂ ਉਹਨੂੰ ਦੱਸਦਾ ਰਹਿੰਦਾ ਬੇਟੇ ਤੇਰੇ ਪਾਪਾ ਨੇ ਬਹੁਤ ਦੌੜ ਲਿਆ, ਹੁਣ ਨਾ ਦੜਾ ਬੈਠ ਲੈਂਦੇ। ਪਰ I play a lot of game with them, from carom board to running to football to volleyball to lot of games. ਅਗਰ ਰੱਖੀ ਵੀ ਹਲੇ ਜਾਂ ਨਹੀਂ ਦੇ ਛੱਡੀ ਹੈ ਜੀ। Really? ਹਾਂਜੀ। Oh, that was your favorite? We heard that. ਬਸ ਉਹੀ ਗੱਲ ਹੈ ਨਾ ਜੀ ਕਿ ਜਿਵੇਂ ਕ੍ਰਿਕਟ ਵੀ ਫੇਵਰੇਟ ਤਾਂ ਰਹੇਗੀ ਹਮੇਸ਼ਾ, ਬਟ ਜ਼ਿੰਦਗੀ 'ਚ ਹਰ ਚੀਜ਼ਾਂ ਨਾਲ ਨਹੀਂ ਚੱਲਦੀਆਂ। One question from the fan ਭਾਜੀ। ਹਾਂਜੀ ਭਾਈ ਆਫਟਰ ਰਿਟਾਇਰਮੈਂਟ ਯੂ ਵੀ ਭਾਜੀ ਕੈਨੇਡੀਅਨ ਲੀਗ ਵੀ ਖੇਡੇ ਆ, ਦੁਬਈ ਲੀਗ ਵੀ ਖੇਡੇ ਆ ਜੀ। ਕਿ ਤੁਸੀਂ ਖੇਡਣਾ ਚਾਹੋਗੇ? ਅਸੀਂ ਮੈਂ- ਦੇਖਣਾ ਚਾਹੁੰਦੇ ਭਾਜੀ ਐਜ਼ ਅ ਫੈਨ। ਮੈਂ ਲੈਜੈਂਡ ਲੀਗ ਜਿਹੜੀ ਹੁੰਦੀ ਹੈ ਉਹ ਕੋਸ਼ਿਸ਼ ਕਰਾਂਗਾ ਖੇਲਣ ਦੀ, ਔਰ ਉਸ ਤੋਂ ਇਲਾਵਾ ਬਾਹਰ ਦੀਆਂ ਲੀਗਸ ਹਲੇ ਮੈਂ ਸੋਚਿਆ ਨਹੀਂ ਹੈ, ਬਟ ਆਫ ਕੋਰਸ ਅਗਰ ਟਾਈਮ ਪਰਮਿਟ ਕਰੇਗਾ, ਕਿਉਂਕਿ ਰਿਟਾਇਰਮੈਂਟ ਦਾ ਲੈਣ ਦਾ ਇੱਕ ਮੇਨ ਮਕਸਦ ਇਹ ਹੁੰਦਾ ਕਿ ਤੁਸੀਂ ਜ਼ਿਆਦਾ ਟਾਈਮ ਘਰ ਸਪੈਂਡ ਕਰੋ ਆਪਣੇ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਟਾਈਮ ਨਹੀਂ ਦਿੱਤਾ। ਪਰ ਟਾਈਮ ਪਰਮਿਟ ਕਰੇਗਾ ਤਾਂ ਮੈਂ ਜ਼ਰੂਰ, ਕਿ ਫੈਨ ਭਾਜੀ ਬੜੇ ਨੋਸਟੈਲਜਿਕ ਹੁੰਦੇ, ਤੁਹਾਨੂੰ ਦੇਖਣਾ ਚਾਹੁੰਦੇ ਆ ਗਰਾਊਂਡਸ ਤੇ। ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਜਿੱਥੇ ਜਾ ਕੇ ਕ੍ਰਿਕਟ ਖੇਲੀ ਜਾ ਸਕੇ, ਬਹੁਤ ਜ਼ਿਆਦਾ ਕੰਪੀਟੀਟਿਵ ਨਾ ਹੋਵੇ, ਉਹ ਕ੍ਰਿਕਟ ਖੇਲਾਂਗਾ। ਕੰਪੀਟੀਟਿਵ ਅਗਰ ਕ੍ਰਿਕਟ ਖੇਲਣੀ ਹੁੰਦੀ ਤਾਂ ਫਿਰ ਮੈਂ IPL ਹਾਲੇ ਵੀ ਖੇਲ ਸਕਦਾ ਸੀ, ਬਟ ਆਈ ਥਿੰਕ ਰਾਈਟ ਟਾਈਮ ਹੈ। ਆਈ ਥਿੰਕ ਲੋਟ ਆਫ ਯੰਗਸਟਰ ਆ ਦੇਅਰ, ਉਹਨਾਂ ਨੂੰ ਖੇਲਣਾ ਚਾਹੀਦਾ। ਹਾਲੇ ਕਿ ਰਿਟਾਇਰਮੈਂਟ ਮੈਂ ਕਾਫੀ ਲੇਟ ਲੈ ਰਿਹਾ, ਮੈਨੂੰ ਲੱਗਦਾ 3-4 ਸਾਲ ਪਹਿਲਾਂ ਲੈਣੀ ਚਾਹੀਦੀ ਸੀ, ਬਟ ਆਈ ਡੋਂਟ ਨੋ ਕਿਉਂ ਇੰਨਾ ਲੇਟ ਹੋ ਗਿਆ। ਥੈਂਕ ਯੂ। ਕੁਝ ਮੇਰੇ ਕੋਚ ਸਾਹਿਬ ਨੂੰ ਭਾਜੀ ਉਹਨਾਂ ਨੂੰ ਚਲੋ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਅੱਜ ਬਲਟਨ ਬਾਗ ਮੈਂ ਆਇਆ, ਇਹਦਾ ਮੁੱਖ ਕਾਰਨ ਇਹੀ ਹੈ ਕਿ ਜਿਵੇਂ ਮੈਂ ਕੱਲ੍ਹ ਰਿਟਾਇਰਮੈਂਟ ਅਨਾਊਂਸ ਕੀਤੀ ਔਰ ਮੈਂ ਇੱਥੋਂ ਹੀ ਆਪਣੀ ਕ੍ਰਿਕਟ ਸ਼ੁਰੂ ਕੀਤੀ, ਅਤੇ ਇੱਥੇ ਹੀ ਅੱਜ ਮੈਂ ਆ ਕੇ ਇਸ ਗਰਾਊਂਡ ਨੂੰ ਮੱਥਾ ਟੇਕ ਕੇ ਇਹ ਕ੍ਰਿਕਟ ਨੂੰ ਸ਼ੁਕਰੀਆ ਅਦਾ ਕਰਨਾ ਚਾਹਾਂਗਾ। ਅਤੇ ਜੋ ਮੈਂ ਹਾਂ, ਮੈਂ ਇਸ ਗਰਾਊਂਡ ਦੀ ਬਦੌਲਤ ਹਾਂ, ਮੇਰੇ ਕੋਚ ਸਾਹਿਬ ਦੀ ਬਦੌਲਤ ਹਾਂ। ਇਹ ਭਾਜੀ ਹੋਣੀ ਮੈਨੂੰ ਪਹਿਲਾ ਮੈਚ ਜਦੋਂ ਮੈਂ ਖੇਲਣ ਗਿਆ ਸੀ ਉਦੋਂ ਮੈਨੂੰ ਛੱਡਣ ਗਏ ਸੀਗੇ ਦਿੱਲੀ, ਔਰ ਆਈ ਐਮ ਸ਼ੋਰ ਅਜੇ ਵੀ ਪ੍ਰਾਊਡ ਹੋਣਗੇ ਕਿ ਮੁੰਡਾ ਜਦ ਵਾਪਸ ਆਇਆ ਘਰ ਤੇ 100 ਟੈਸਟ ਮੈਚ ਖੇਲ ਕੇ ਆਇਆ ਅਤੇ ਬੜਾ ਕੁਛ ਅਚੀਵ ਕਰਕੇ ਆਇਆ। ਸੋ ਆਈ ਐਮ ਗ੍ਰੇਟਫੁਲ, ਗੋਡ ਹੈਜ਼ ਬੀਨ ਰੀਅਲੀ ਕਾਈਂਡ ਕਿ ਮੈਂ ਜੋ ਅਚੀਵ ਜ਼ਿੰਦਗੀ ਦੇ ਵਿੱਚ ਕੀਤਾ, ਅਗਰ ਮੇਰੀ ਜ਼ਿੰਦਗੀ 'ਚ ਕ੍ਰਿਕਟ ਨਹੀਂ ਹੁੰਦੀ ਤਾਂ ਸ਼ਾਇਦ ਮੈਂ ਅੱਜ ਇਸ ਮੁਕਾਮ 'ਤੇ ਨਹੀਂ ਹੁੰਦਾ। ਅਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਸ਼ੁਕਰੀਆ ਅਦਾ ਜੀ, ਕਿਉਂਕਿ ਮੇਰੇ ਹਰ ਉਸ ਮੂਮੈਂਟ ਨੂੰ ਕੈਪਚਰ ਕੀਤਾ ਤੁਸੀਂ, ਹਰ ਉਸ ਮੂਮੈਂਟ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਇਆ। ਮੈਂ ਤੁਹਾਡਾ ਤਹਿ ਦਿਲੋਂ ਤੋਂ ਤੁਹਾਡੇ ਸਾਰਿਆਂ ਦਾ ਵੀ ਸ਼ੁਕਰੀਆ ਅਦਾ ਕਰਦਾ। ਬਿਨਾਂ ਮੀਡੀਆ ਤੋਂ ਇਹ ਪੋਸੀਬਲ ਨਹੀਂ ਹੈ, ਔਰ ਹਰ ਇੱਕ ਉਸ ਇਨਸਾਨ ਦਾ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਜਿਸ ਨੇ ਮੇਰੀ ਇਸ ਜ਼ਿੰਦਗੀ ਨੂੰ ਅੱਗੇ ਵਧਾਉਣ ਦੇ ਵਿੱਚ, ਅੱਗੇ ਵਧਣ ਦੇ ਵਿੱਚ ਹੌਸਲਾ ਅਫਜ਼ਾਈ ਕੀਤੀ। ਔਰ ਮੈਂ ਜਿੰਨਾ ਵੀ ਇਸ ਗਰਾਊਂਡ ਦਾ ਸ਼ੁਕਰੀਆ ਅਦਾ ਕਰਾਂ ਜਾਂ ਇਸ ਇੱਥੇ ਦੇ ਗਰਾਊਂਡਸਮੈਨ ਦਾ, ਉਹ ਸ਼ਾਇਦ ਘੱਟ ਹੋਏਗਾ, ਕਿਉਂਕਿ ਉਹਨਾਂ ਨੇ ਨਿਸਵਾਰਥ ਹੋ ਕੇ ਮੇਰੇ ਲਈ ਉਹ ਪਿੱਚਾਂ ਬਣਾਈਆਂ, ਮੇਰੇ ਲਈ ਹਰ ਉਹ ਚੀਜ਼ ਪ੍ਰੋਵਾਈਡ ਕੀਤੀ ਜੋ ਇੱਕ ਕ੍ਰਿਕਟਰ ਨੂੰ ਲੋੜ ਹੁੰਦੀ ਹੈ। ਅਤੇ JDCA ਦਾ ਮੈਂ ਸ਼ੁਕਰੀਆ ਅਦਾ ਕਰਦਾ, BCCI ਦਾ ਮੈਂ ਸ਼ੁਕਰੀਆ ਅਦਾ ਕਰਦਾ, ਮੈਂ PCA ਦਾ MP ਪਾਂਡਾ ਸਰ ਦਾ ਸ਼ੁਕਰੀਆ ਅਦਾ ਕਰਦਾ ਕਿ ਕੁਛ ਕਰੀਬ ਮੇਰੇ ਲੋਕ ਹਨ, ਉਹਨਾਂ ਦੇ ਵਿੱਚੋਂ MP ਪਾਂਡਾ ਸਾਹਿਬ ਮੈਨੂੰ ਲੱਗਦਾ ਕਿ ਅਗਰ ਉਹ ਮੇਰੀ ਜ਼ਿੰਦਗੀ ਦੇ ਵਿੱਚ ਉਸ ਸਮੇਂ ਨਹੀਂ ਹੁੰਦੇ ਤਾਂ ਮੈਂ ਇਸ ਮੁਕਾਮ 'ਤੇ ਨਹੀਂ ਹੁੰਦਾ। ਅਤੇ ਅੱਜ ਮੈਂ ਅਗਰ ਵਾਪਸ ਮੁੜ ਕੇ ਦੇਖਦਾ, ਜਦੋਂ ਮੈਂ ਸ਼ੁਰੂ ਕੀਤਾ ਸੀ 1994 ਦੇ ਵਿੱਚ, ਅਤੇ ਅੱਜ ਦਾ ਇਸ ਮੁਕਾਮ, ਇਹ ਸਫ਼ਰ ਬਹੁਤ ਵਧੀਆ ਰਿਹਾ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸ਼ੁਕਰੀਆ, ਮਿਹਰਬਾਨੀ ਜੀ। ਆਮ ਗ੍ਰੇਟਫੁਲ। ਫਿਊਚਰ ਪਲਾਨ ਕੀ ਹੈ? ਕਾਂਗਰਸ ਜਾਣ ਦੀ ਕੋਈ ਤੁਹਾਨੂੰ ਲੱਗ ਰਿਹਾ, ਕਿਆਸ ਲੱਗ ਰਹੀ ਸੀ? ਲੱਗ ਰਹੀਆਂ ਜੀ ਕਿ ਤੁਸੀਂ ਕਾਂਗਰਸ ਜਾ ਰਹੇ ਹੋ? ਇੱਕ ਫਿਊਚਰ ਪਲਾਨ ਹਲੇ ਮੈਂ ਡਿਸਾਈਡ ਨਹੀਂ ਕੀਤਾ ਜੀ, ਮੈਂ ਕੀ ਕਰਨਾ, ਕਿਸ ਪਾਸੇ ਜਾਣਾ, ਕੀ ਕਰਨਾ, ਕਿਉਂਕਿ ਮੈਂ ਕ੍ਰਿਕਟ ਦੇ ਨਾਲ ਜ਼ਰੂਰ ਜੁੜਿਆ ਰਹਾਂਗਾ, ਕਿਉਂਕਿ ਕ੍ਰਿਕਟ ਮੇਰੀ ਜ਼ਿੰਦਗੀ 'ਚ ਸੀ, ਹੈ ਔਰ ਰਹੇਗੀ, ਕਿਉਂਕਿ ਮੈਂ ਜੋ ਹਾਂ ਉਹ ਕ੍ਰਿਕਟ ਕਰਕੇ ਹਾਂ। ਔਰ ਅੱਜ ਅਗਰ ਮੈਨੂੰ ਲੋਕ ਪੁੱਛ ਵੀ ਰਹੇ ਆ, ਉਹ ਕ੍ਰਿਕਟ ਕਰਕੇ ਪੁੱਛ ਰਹੇ ਆ, ਔਰ ਲੋਕਾਂ ਦਾ ਜੋ ਪਿਆਰ ਮਿਲਿਆ ਉਹ ਵੀ ਕ੍ਰਿਕਟ ਕਰਕੇ ਹੈ। ਬਾਕੀ ਰਹਿ ਰਹੀਆਂ ਪੋਲੀਟੀਕਲ ਗੱਲਾਂ, ਅਤੇ ਜਦੋਂ ਸਮਾਂ ਆਏਗਾ ਜ਼ਰੂਰ ਮੈਂ ਖੁਦ ਰਿਵੀਲ ਕਰਾਂਗਾ ਕਿ ਮੈਂ ਅੱਗੇ ਮੇਰੇ ਫਿਊਚਰ ਪਲਾਨਸ ਕੀ ਹੈ। ਮੈਂ ਅਗਰ
ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਜਾਵਾਂਗਾ ਨਹੀਂ ਜਾਵਾਂਗਾ, ਜਿਵੇਂ ਵੀ ਹੋਏਗਾ ਮੈਂ ਤੁਹਾਨੂੰ ਜ਼ਰੂਰ ਸਾਰਿਆਂ ਨੂੰ ਇਤਲਾਹ ਕਰਾਂਗਾ। ਔਰ ਮੈਂ ਅਗਰ ਉਸ ਪਾਸੇ ਜਾਣਾ ਵੀ ਹੈ, I would still need your support and guidance going forward, and I am sure ਕਿ ਤੁਸੀਂ ਹਮੇਸ਼ਾ ਮੇਰੇ ਨਾਲ ਚੱਲਦੇ ਮਤਲਬ ਰਹੋ। ਇਨਕਾਰ ਨਹੀਂ ਕਰਦੇ ਕਿ Assembly ਜਾਓਗੇ। elections ਹੋਏਗਾ, ਜੋ ਵੀ ਹੋਏਗਾ, ਜੋ ਪੋਲੀਟੀਕਲ ਤੁਹਾਡਾ ਹੈ, if your political career is going to start, will it start in this election? I don't know, मैं to be honest मैं कुछ सोचा नहीं इस बारे। I do have offers from different parties to join them, but I'll have to sit and of course think very wisely, क्योंकि this is not going to be a small sort of decision कि चलो ये ज्वाइन कर लेने हैं, बिकॉज इट्स अ वेरी डिमांडिंग जॉब। और मैं नहीं चाहांगा कि मैं कोई भी काम करा तो हाफ हार्टेड करा। ਜਿਹੜਾ ਵੀ ਮੈਂ ਕੰਮ ਕਰਨਾ ਚਾਹਾਂਗਾ ਉਹ ਜਦ ਤੱਕ ਉਹਦੇ ਲਈ ਮੈਂ ਪੂਰੀ ਤਰ੍ਹਾਂ ਪ੍ਰਿਪੇਅਰ ਨਹੀਂ ਹੈ, ਮੈਂ ਉਹ ਉਸ ਪਾਸੇ ਨਹੀਂ ਜਾਵਾਂਗਾ। ਜਿਸ ਦਿਨ ਮੈਨੂੰ ਲੱਗੇਗਾ ਕਿ ਮੈਂ ਪੂਰਾ ਪ੍ਰਿਪੇਅਰਡ ਹਾਂ ਕਿਸੇ ਵੀ ਪਾਰਟੀ ਨੂੰ ਜਾਂ ਕਿਸੇ ਵੀ ਤਰੀਕੇ ਨਾਲ ਕੰਮ ਕਰਨ ਲਈ, ਚਾਹੇ ਉਹ ਕੋਚਿੰਗ ਵੀ ਹੈ, ਤੇ ਮੈਂ ਜ਼ਰੂਰ ਤਾਂ ਹੀ ਉਸ ਪਾਸੇ ਨੂੰ ਜਾਵਾਂਗਾ। ਹਾਲੇ ਤੱਕ ਮੈਂ ਕੁਝ ਸੋਚਿਆ ਨਹੀਂ ਹੈ। whenever I'll think about it, we'll all get together like this and obviously we'll celebrate, and of course we'll take things forward also. Can you reveal ਕਿ ਨਵਜੋਤ ਸਿੱਧੂ ਉਹਨਾਂ ਨੇ ਤੁਹਾਨੂੰ ਕੀ ਆਫਰ ਦਿੱਤੀ ਸੀ when you met last? ਨਹੀਂ, ਮੈਂ ਉਹਨਾਂ ਨਾਲ ਕੈਜੂਅਲ ਇੱਕ ਮੀਟਿੰਗ ਸੀ, ਮੈਂ ਚੰਡੀਗੜ੍ਹ ਸੀ, ਉਹ ਵੀ ਚੰਡੀਗੜ੍ਹ ਸੀ, ਮੈਂ ਉਹਨਾਂ ਨੂੰ ਬਤੌਰ ਕ੍ਰਿਕਟਰ ਮਿਲਿਆ ਸੀ। ਓਬਵੀਅਸਲੀ ਮੇਰੇ ਹੋਰ ਵੀ ਬੜੇ ਜਾਣਕਾਰ ਆ, ਚਾਹੇ ਉਹ ਬੀਜੇਪੀ ਪਾਰਟੀ ਹੋਵੇ ਜਾਂ ਫਿਰ ਕਾਂਗਰਸ ਪਾਰਟੀ ਹੋਵੇ, ਆਪ ਹੋਵੇ, ਸਾਰੀ ਪਾਰਟੀਜ਼ ਦੇ ਜਿਹੜੇ ਲੋਕ ਹੈ ਮੇਰੇ ਜਾਣਕਾਰ ਹੈਗੇ ਆ। ਬਟ ਅੱਜ ਕੱਲ੍ਹ ਕਿਉਂਕਿ ਚੁਣਾਵ ਦਾ ਸਮੇਂ ਹੈ, ਜਿਹਦੇ ਨਾਲ ਫੋਟੋ ਖਿੱਚੀ ਜਾਏਗੀ ਲੱਗੇਗਾ ਕਿ ਮੈਂ ਉਸ ਪਾਸੇ ਜਾ ਰਿਹਾ। ਪਰ ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਜਿਸ ਪਾਸੇ ਵੀ ਮੈਂ ਜਾਵਾਂਗਾ, ਅਗਰ ਗਿਆ ਤੇ ਤੁਹਾਨੂੰ ਦੱਸ ਕੇ ਜਾਵਾਂਗਾ, ਕਿਉਂਕਿ ਉਹਦੇ ਵਿੱਚ ਕੋਈ ਲੁਕਾਉਣ ਵਾਲੀ ਗੱਲ ਨਹੀਂ ਹੈ, ਕਿਉਂਕਿ ਲੁੱਕ ਕੇ ਕੋਈ ਕੰਮ ਨਹੀਂ ਹੁੰਦਾ। ਔਰ ਅਗਰ ਮੈਂ ਕੋਈ ਕੰਮ ਕਰਾਂਗਾ ਖੁੱਲ੍ਹੇਆਮ ਕਰਾਂਗਾ, ਔਰ ਮੈਂ ਉਹ ਤਦ ਹੀ ਕਰਾਂਗਾ ਜਦੋਂ ਮੈਨੂੰ ਲੱਗਦਾ ਕਿ ਮੈਂ 100% ਉਸ ਕੰਮ ਲਈ ਕਮਿਟਡ ਹੋ ਕੇ ਕੰਮ ਕਰ ਸਕਦਾ। ਪੰਜਾਬ ਦੀ ਰਾਜਨੀਤੀ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ, ਜਿਹੜਾ ਮਾਹੌਲ ਚੱਲਦਾ ਪਿਆ? ਦੇਖੋ ਜੀ, ਰਾਜਨੀਤੀ ਬੜਾ ਵੱਡਾ ਸਬਜੈਕਟ ਹੈ, ਉਹਦੇ ਬਾਰੇ ਹਰ ਰੋਜ਼ ਨਵੀਂ ਚੀਜ਼ਾਂ ਹੋ ਰਹੀਆਂ, ਤੇ ਮੈਂ ਹਲੇ ਫਿਲਹਾਲ ਰਾਜਨੀਤੀ ਦੇ ਵਿੱਚ ਨਹੀਂ ਹੈ। I'll rather stick to what I'm good at, which is cricket। ਹਾਲ ਹੁਣ ਤਾਂ ਮੈਂ ਉਹ ਵੀ ਛੱਡ ਦਿੱਤੀ ਹੈ, ਬਟ ਰਾਜਨੀਤੀ ਬਾਰੇ ਮੈਨੂੰ ਹਲੇ ਤੁਸੀਂ ਨਾ ਪੁੱਛੋ ਤਾਂ ਜ਼ਿਆਦਾ ਬੈਟਰ, ਕਿਉਂਕਿ ਮੈਨੂੰ ਜ਼ਿਆਦਾ ਮੈਂ ਰਾਜਨੀਤੀ ਬਾਰੇ ਗੱਲ ਹਲੇ ਕਰਨਾ ਮਾਹੌਲ ਇਦਾਂ ਦਾ ਚੱਲਦਾ ਪਿਆ ਨਾ। ਜੇ ਰਾਜਨੀਤੀ 'ਚ ਨਹੀਂ ਜਾਣਾ ਤੇ ਫਿਰ ਅੱਗੇ ਕੀ ਪਲਾਨ ਹੈ, ਕੀ ਫਿਊਚਰ ਪਲਾਨ ਹੈ? ਕ੍ਰਿਕਟ ਦੇ ਵਿੱਚ ਬੜਾ ਕੁਛ ਹੈ ਜੀ। ਆਈ ਹੈਵ ਗੋਟ ਅ ਕਪਲ ਆਫ ਆਫਰਸ ਫਰੋਮ IPL ਟੀਮਸ ਕਿ ਟੂ ਜੁਆਇਨ them ਐਜ਼ ਮੈਂਟਰ ਕਰ ਸਕਦਾ, ਕਮੈਂਟਰੀ ਕਰ ਸਕਦਾ। I can spend a lot of time with my family, which is more precious than working anywhere else। ਪਿਛਲੇ 20 ਸਾਲਾਂ ਤੋਂ ਮੈਂ ਆਪਣੇ ਘਰਦਿਆਂ ਨੂੰ ਟਾਈਮ ਨਹੀਂ ਦਿੱਤਾ ਹੈਗਾ। ਆਈ ਥਿੰਕ ਸਭ ਤੋਂ ਜਿਹੜੀ ਵਧੀਆ ਚੀਜ਼ ਇਹ ਹੋ ਸਕਦੀ ਕਿ I look forward to spend a lot of time with my family at home and with my friends. You know, I've never seen them from last 25 years. I've not met them properly, so this is my time to catch up with all of them। ਔਰ ਉਸ ਤੋਂ ਇਲਾਵਾ ਜ਼ਿੰਦਗੀ ਦੇ ਵਿੱਚ ਬੜੀਆਂ ਚੀਜ਼ਾਂ ਐਸੀਆਂ, ਬੜੀਆਂ ਓਪਰਚੁਨਿਟੀਜ਼ ਹੈ ਜਿੱਥੇ ਮੈਂ ਕੋਈ ਵੀ ਕੰਮ ਕਰ ਸਕਦਾ ਹੈਗਾ, ਫਿਲਮ ਕਰ ਸਕਦਾ ਹੈਗਾ, ਮਿਊਜ਼ਿਕ ਕਰ ਸਕਦਾ ਹੈਗਾ। ਸੋ ਥੋੜਾ ਬਹੁਤ ਆਲਰੇਡੀ ਸ਼ੁਰੂ ਹੋ ਗਿਆ ਸੀ ਜੀ, ਮੈਂ ਹਰ ਚੀਜ਼ ਉਹ ਕਰਨਾ ਚਾਹਾਂਗਾ, ਕਿਉਂਕਿ ਯੂ ਨੈਵਰ ਨੋ, ਜ਼ਿੰਦਗੀ ਇੱਕ ਵਾਰ ਮਿਲਦੀ ਹੈ, ਹਰ ਚੀਜ਼ ਕਰਕੇ ਦੇਖਣੀ ਚਾਹੀਦੀ ਹੈ। ਪਰ ਪੰਜਾ ਜੀ, ਪੰਜਾਬ ਦੇ ਬਹੁਤ ਸਾਰੇ ਵੱਡੇ ਮੁੱਦੇ ਹੈਗੇ ਨੇ ਜਿਹੜੇ ਅਜੇ ਤੱਕ ਹੱਲ ਨਹੀਂ ਹੋਏ। ਲੋਕ ਡਿਮਾਂਡ ਕਰਦੇ ਨੇ ਕਿ ਚੰਗੇ ਲੋਕਾਂ ਨੂੰ ਰਾਜਨੀਤੀ 'ਚ ਆਉਣਾ ਚਾਹੀਦਾ। ਜੀ। ਤੁਹਾਡੀ ਨਜ਼ਰ ਦੇ ਵਿੱਚ ਇਹੋ ਜਿਹੀ ਕਿਹੜੀ ਪਾਰਟੀ ਹੈਗੀ ਜਿਹੜੀ ਵਾਕਈ ਪੰਜਾਬ ਦਾ ਇਹ ਸੁਧਾਰ ਕਰ ਸਕਦੀ ਜਾਂ ਵੱਡੇ ਮੁੱਦੇ ਹੱਲ ਕਰ ਸਕਦੀ? ਦੇਖਿਓ ਜੀ, ਪਾਰਟੀ ਦੇ ਬਾਰੇ ਤਾਂ ਨਹੀਂ ਮੈਂ ਗੱਲ ਕਰਨਾ ਚਾਹਾਂਗਾ, ਕਿਹੜੀ ਪਾਰਟੀ ਹੱਲ ਕਰ ਸਕਦੀ ਹੈ ਮੁੱਦੇ। ਔਰ ਉਹ ਮੁੱਦੇ ਜਿਹੜੇ ਵੀ ਹੈ ਉਹਦੇ ਲਈ ਜੋ ਰਾਈਟ ਪੀਪਲ ਹੈਗੇ ਆ, ਜਿਹੜੇ ਰਾਈਟ ਬੰਦੇ ਹੈਗੇ, ਉਹਨਾਂ ਨੂੰ ਅੱਗੇ ਆ ਕੇ ਕੰਮ ਕਰਨਾ ਚਾਹੀਦਾ ਹੈਗਾ। ਆਫ ਕੋਰਸ ਹੁਣ ਤੁਸੀਂ ਕਹੋਗੇ ਕਿ ਉਹ ਰਾਈਟ ਬੰਦੇ ਕੌਣ ਆ, ਇਹ ਤਾਂ ਦੇਖੋ ਪਾਰਟੀ ਦੇ ਵਿੱਚ ਜਦੋਂ ਕੋਈ ਚਲੇ ਜਾਂਦਾ ਉਹ ਆਪਣਾ ਉਹ ਦੇਖਣ ਲੱਗ ਪੈਂਦਾ ਕਿ ਪਾਰਟੀ ਪਹਿਲਾਂ ਪੰਜਾਬ ਹੋਣਾ ਚਾਹੀਦਾ, ਕਿਉਂਕਿ ਪੰਜਾਬ ਅਗਰ ਖੁਸ਼ਹਾਲ ਹੋਏਗਾ, ਪੰਜਾਬ ਅਗਰ ਹਸੀਨ ਹੋਏਗਾ ਤੇ ਤਦ ਹੀ ਪਾਰਟੀ ਦੀ ਵੀ ਤਰੱਕੀ ਹੈ, ਕਿਸੇ ਵੀ ਪਾਰਟੀ ਦੀ। ਪਰ ਆਈ ਥਿੰਕ ਕਿ ਅਗਰ ਮੈਨੂੰ ਕਦੀ ਓਪਰਚੁਨਿਟੀ ਮਿਲੇਗੀ, ਅਗਰ ਮੈਨੂੰ ਕਦੀ ਐਸਾ ਮੌਕਾ ਮਿਲੇਗਾ ਜਦੋਂ ਮੈਨੂੰ ਲੱਗੇਗਾ ਕਿ ਮੈਂ ਕੁਝ ਚੇਂਜ ਲਿਆ ਸਕਦਾ ਜਾਂ ਕਰਨਾ ਚਾਹੀਦਾ, ਤਾਂ ਮੈਂ ਜ਼ਰੂਰ ਉਹ ਚੇਂਜ ਲਿਆਵਾਂਗਾ। ਔਰ ਪਾਰਟੀ ਤੋਂ ਬਿਨਾਂ ਲਿਆਵਾਂਗਾ, ਬਿਨਾਂ ਪਾਰਟੀ ਦੀ ਸੋਚੇ ਕਿ ਪਾਰਟੀ ਨੂੰ ਕੀ ਲੱਗੇਗਾ। ਪਹਿਲਾਂ ਪੰਜਾਬ, ਪਹਿਲਾਂ ਹਿੰਦੁਸਤਾਨ, ਫਿਰ ਪਾਰਟੀ। ਤੁਸੀਂ ਕੱਲ ਕਿਹਾ ਜੀ ਕਿ ਵੀ ਮੈਂ ਇੱਕ ਨਵਾਂ ਚੈਪਟਰ ਆਪਣੀ ਜ਼ਿੰਦਗੀ ਦਾ ਹੁਣ ਸ਼ੁਰੂ ਕਰਨ ਜਾ ਰਿਹਾ। ਨਵਾਂ ਚੈਪਟਰ ਕਿਹਾ ਹੈ? ਨਵਾਂ ਚੈਪਟਰ ਇਹ ਹੈ ਜੀ ਕਿ ਮੈਂ ਪਿਛਲੇ 20-25 ਸਾਲ ਤੋਂ ਕ੍ਰਿਕਟ ਹੀ ਖੇਡ ਰਿਹਾ ਸੀ, ਔਰ ਆਫ ਕੋਰਸ ਕ੍ਰਿਕਟ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਸੀ। ਹੁਣ
ਅੱਗੇ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਚੈਪਟਰ ਹੋਏਗਾ ਉਹ ਨਵਾਂ ਚੈਪਟਰ ਹੋਏਗਾ ਔਰ ਪੋਲੀਟੀਕਲ ਹੋਏਗਾ ਜਾਂ ਕੁਝ ਹੋਰ ਹੋਏਗਾ? ਇਹ ਤਾਂ ਰੱਬ ਹੀ ਜਾਣਦਾ ਜੀ ਕਿ ਪੋਲੀਟੀਕਲ ਹੋਏਗਾ ਜਾਂ ਫਿਰ ਕੋਈ ਹੋਰ ਹੋਏਗਾ, ਬਟ ਜੋ ਵੀ ਹੋਏਗਾ ਤੁਹਾਡੇ ਸਾਹਮਣੇ ਹੋਏਗਾ ਜੀ। ਤੁਸੀਂ ਜ਼ਿਆਦਾ ਟਾਈਮ ਆਫਟਰ ਦਿਸ ਗੇਮ ਹੁਣ ਤੁਸੀਂ ਜਲੰਧਰ ਰਹਿਣਾ ਪਸੰਦ ਕਰੋਗੇ ਜਾਂ ਮੁੰਬਈ? ਮੇਰਾ ਕੰਮ ਕਾफ़ी हद तक मुंबई है और मैं ਦੋਨੋਂ ਪਾਸੇ ਹੀ ਰਵਾਂਗਾ ਜੀ। ਜ਼ਿਆਦਾ ਤਾਂ ਮੈਂ ਕਹਿ ਨਹੀਂ ਸਕਦਾ ਕਿ ਕਿੱਧਰ, ਜਿੱਥੇ ਕੰਮ ਦੀ ਡਿਮਾਂਡ ਹੈ ਜਿੱਥੇ ਮੈਂ ਉੱਥੇ ਰਵਾਂਗਾ। ਐਂਡ ਆਫ ਕੋਰਸ ਜਿਵੇਂ ਜਿਵੇਂ ਜਿੱਧਰ ਕੰਮ ਦੀ ਜ਼ਰੂਰਤ ਹੈ ਉੱਥੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਰਵਾਂਗਾ। ਬਾਕੀ ਅੱਗੇ ਫਿਊਚਰ 'ਚ ਕੀ ਹੁੰਦਾ ਉਸ ਦੇ ਮੁਤਲਕ ਮੈਂ ਸੋਚ ਕੇ ਫਿਰ ਦੇਖਾਂਗਾ ਕਿ ਮੈਨੂੰ ਜ਼ਿਆਦਾ ਟਾਈਮਸ ਕਿੱਥੇ ਰਹਿਣਾ ਪੈਣਾ ਹਰਭਜਨ ਜੀ, ਇੱਕ ਚੀਜ਼ ਦੱਸ ਦਿਓ, ਤੁਸੀਂ ਕਿਹਾ ਕਿ ਸਹੀ ਬੰਦੇ ਹੋਣੇ ਚਾਹੀਦੇ ਰਾਜਨੀਤੀ 'ਚ। ਜੀ। ਕਿਸ ਤਰ੍ਹਾਂ ਦੇ ਸਹੀ ਬੰਦੇ ਤੁਸੀਂ ਕਹਿੰਦੇ ਹੋ? ਮੇਰੇ ਵਰਗੇ। ਮਤਲਬ ਤੁਸੀਂ ਆਪਣੇ ਆਪ ਨੂੰ ਫਿੱਟ ਸਮਝਦੇ ਹੋ ਰਾਜਨੀਤੀ ਵੱਲ? ਬਿਲਕੁਲ, ਦੇਖੋ ਕਿੰਨਾ ਫਿੱਟ ਹੈਗਾ ਮੈਂ। ਤੇ ਰਾਜਨੀਤੀ 'ਚ ਆਣਾ ਹੁਣ ਤੁਸੀਂ ਜਿਹੜਾ ਇਨਕਾਰ ਨਹੀਂ ਕਰ ਰਹੇ ਬਟ ਆਓਗੇ ਜ਼ਰੂਰ ਆਪਣੀ ਪਾਰਟੀ ਲੈ ਕੇ। ਮੈਂ ਦੇਖੋ ਦੇਸ਼ ਲਈ ਬੜੀ ਕ੍ਰਿਕਟ ਖੇਲੀ ਔਰ ਦੇਸ਼ ਦੇ ਲਈ ਮੈਂ ਅੱਗੇ ਸੇਵਾ ਵੀ ਕਰਾਂਗਾ ਜ਼ਰੂਰ, ਔਰ ਚਾਹੇ ਉਹ ਰਾਜਨੀਤੀ ਦੇ ਤਰੀਕੇ ਹੋਵੇ ਜਾਂ ਫਿਰ ਬਿਨਾਂ ਰਾਜਨੀਤੀ ਦੇ ਵਿੱਚ ਆਏ ਵੀ ਜੋ ਮੇਰੇ ਤੋਂ ਬਣ ਪਾਇਆ ਹੋਵੇਗਾ ਮੈਂ ਜ਼ਰੂਰ ਕੋਸ਼ਿਸ਼ ਕਰਦਾ ਰਹਾਂਗਾ। ਕਦੋਂ ਹੋਏਗੀ ਉਹ ਇਹ ਮੈਨੂੰ ਨਹੀਂ ਪਤਾ ਹੈਗਾ, ਉਹ ਜਿੱਦਣ ਹੋਏਗੀ ਮੈਂ ਤੁਹਾਨੂੰ ਦੱਸ ਕੇ ਕਰਾਂਗਾ, ਇਹ ਵੀ ਮੇਰਾ ਵਾਅਦਾ ਤੁਹਾਨੂੰ। ਪੰਜਾਬ ਦੇ ਲੋਕ ਕਹਿੰਦੇ ਨੇ ਕਿ ਅਜੇ ਤੱਕ ਰਾਜਨੀਤਿਕ ਪਾਰਟੀਆਂ ਨੇ ਉਸ ਲੈਵਲ ਦੀ ਭੂਮਿਕਾ ਨਹੀਂ ਨਿਭਾਈ ਜਿਹੜੇ ਕੰਮ ਕਰਨੇ ਚਾਹੀਦੇ ਸੀਗੇ। ਤੁਹਾਨੂੰ ਲੱਗਦਾ ਕਿ ਇਹ ਭੂਮਿਕਾ ਨਿਭਾਈ ਕਿ ਜਾਂ ਵਾਕਈ ਰਾਜਨੀਤੀ ਹੁਣ ਬਦਲਣ ਦਾ ਸਮਾਂ ਆ ਗਿਆ? ਤੁਸੀਂ ਦੇਖੋ ਜੀ, ਮੈਂ ਤਾਂ ਇਹੀ ਕਹਾਂਗਾ, ਮੈਂ ਸਪੋਰਟਸ ਦੇ ਖੇਤਰ ਦਾ ਬੰਦਾ। ਸਪੋਰਟਸ ਦੇ ਖੇਤਰ ਦੇ ਵਿੱਚ ਪੰਜਾਬ ਦੀ ਤਰੱਕੀ ਨਹੀਂ ਹੋਈ ਹੈ। ਸਪੋਰਟਸ ਦੇ ਖੇਤਰ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਹਰਿਆਣਾ ਸਾਡੇ ਤੋਂ ਬਹੁਤ ਅੱਗੇ ਨਿਕਲ ਗਿਆ। ਸਾਡੇ ਇੱਥੇ ਇਨਫਰਾਸਟ੍ਰਕਚਰ ਬਹੁਤ ਵਧੀਆ ਹੋ ਸਕਦਾ ਜਿਹੜਾ ਨਹੀਂ ਹੋਇਆ, ਔਰ ਬਿਲਸ ਦੇ ਵਿੱਚ ਅਗਰ ਦੇਖੋ ਤਾਂ ਪੈਸੇ ਹੀ ਨਹੀਂ ਹੈਗੇ ਪੰਜਾਬ ਸਰਕਾਰ ਦੇ ਕੋਲ ਕਮੋ, ਜਾਂ ਫਿਰ ਇਨਫਰਾਸਟ੍ਰਕਚਰ ਓਵਰਆਲ ਇੰਡੀਆ ਦਾ ਅਗਰ ਦੇਖਿਆ ਜਾਵੇ ਤਾਂ ਬਹੁਤ ਵਧੀਆ ਨਹੀਂ ਹੈ, ਜਿਹਦੇ ਉੱਤੇ ਬਹੁਤ ਕੰਮ ਹੋ ਸਕਦਾ। ਔਰ ਅਸੀਂ ਕਹਿੰਦੇ ਹਾਂ ਕਿ ਜਦੋਂ ਸਾਡੇ ਐਥਲੀਟ ਜਾਂਦੇ ਆ ਖੇਲਣ ਤੇ ਕਹਿੰਦੇ ਆ ਕਿ ਜੀ 2 ਹੀ ਮੈਡਲ ਆਏ ਆ, ਕਿ ਇੰਨੀ ਵੱਡੀ ਆਬਾਦੀ ਦੇ ਵਿੱਚੋਂ ਸਿਰਫ 2 ਹੀ ਮੈਡਲ ਬਣਦੇ ਆ। ਮੈਨੂੰ ਲੱਗਦਾ ਅਗਰ ਇੰਨੀ ਵੱਡੀ ਆਬਾਦੀ ਦੇ ਵਿੱਚੋਂ ਸਾਨੂੰ 500 ਮੈਡਲ ਆ ਸਕਦੇ ਆ। ਔਰ ਕਿਉਂ ਨਹੀਂ ਆਉਂਦੇ? ਕਿਉਂਕਿ ਇਨਫਰਾਸਟ੍ਰਕਚਰ ਨਹੀਂ ਹੈ, ਕਿਉਂਕਿ ਉਹਨਾਂ ਨੂੰ ਸਹੂਲਤ ਨਹੀਂ ਹੈ ਪਲੇਅਰਾਂ ਨੂੰ। ਬੜਾ ਕੁਝ ਸਪੋਰਟਸ 'ਤੇ ਹੋ ਸਕਦਾ। ਔਰ ਰਾਜਨੀਤੀ ਨੂੰ ਅਲੱਗ ਰੱਖ ਕੇ ਅਗਰ ਗੱਲ ਕਰੀਏ ਤਾਂ ਅਗਰ ਥੋੜ੍ਹਾ ਜਿਹਾ ਰਾਜਨੀਤਿਕ ਬੰਦੇ ਜਿਹੜੇ ਬਿੱਲ ਪਾਸ ਕਰਦੇ ਆ, ਥੋੜ੍ਹਾ ਜਿਹਾ ਬਿੱਲ ਅਗਰ ਵਧਾ ਦੇਣ ਔਰ ਵਧੀਆ ਬੰਦਾ ਅਗਰ ਸਪੋਰਟਸ ਦੇ ਉੱਤੇ ਲਗਾ ਦੇਣ ਤੇ ਪੰਜਾਬ ਦਾ ਨਾਮ ਸਪੋਰਟਸ ਦੇ ਵਿੱਚ ਇੱਕ ਵਾਰੀ ਫਿਰ ਬਹੁਤ ਉੱਤੇ ਹੋ ਜਾਏਗਾ। ਇਕੱਲਾ ਹਰਭਜਨ ਸਿੰਘ ਇੱਥੋਂ 100 ਟੈਸਟ ਮੈਚ ਖੇਲੇ, ਮੈਨੂੰ ਗੱਲ ਹਜਮ ਨਹੀਂ ਹੁੰਦੀ। ਇੱਥੋਂ ਘੱਟੋ ਘੱਟ ਹੋਰ 20 ਮੁੰਡੇ ਹੋਣੇ ਚਾਹੀਦੇ ਜਿਹੜੇ ਇੰਡੀਆ ਲਈ ਖੇਲਣ, ਉਹ 100 ਟੈਸਟ ਮੈਚ ਖੇਲਣ। ਕਿਉਂ ਨਹੀਂ ਹੋ ਸਕਦਾ? ਹਾਕੀ ਕਿਉਂ ਥੱਲੇ ਚਲੇਗੀ? ਸਾਡੀ ਕੁਸ਼ਤੀ ਕਿਉਂ ਥੱਲੇ ਚਲੇਗੀ? ਭਲਵਾਨੀ ਕਿਉਂ ਥੱਲੇ ਚਲੇਗੀ? ਹਰਿਆਣਾ ਕਿਉਂ ਅੱਗੇ ਨਿਕਲ ਗਿਆ? ਇਹਦੇ ਕੁਝ ਤਾਂ ਕਾਰਨ ਹੋਣਗੇ। ਹਰਭਜਨ ਸਿੰਘ ਹੋਣਾ ਦਾ ਡ੍ਰੀਮ ਪ੍ਰੋਜੈਕਟ ਕੀ ਹੋਏਗਾ ਜੇ ਤੁਸੀਂ ਰਾਜਨੀਤੀ ਚਾਹੁੰਦੇ ਹੋ? ਮੇਰਾ ਰਾਜਨੀਤਿਕ ਦੇ ਵਿੱਚ ਆ ਕੇ ਉਹ ਤਾਂ ਮੈਂ ਸੋਚਾਂਗਾ ਮੇਰਾ ਡ੍ਰੀਮ ਪ੍ਰੋਜੈਕਟ ਕੀ ਹੋਏਗਾ। ਬੜੇ ਹੈ ਕਿ ਜਦੋਂ ਵੀ ਮੈਂ ਜਾਵਾਂਗਾ ਮੈਂ ਦੇਖਾਂਗੀ ਆਸੇ-ਪਾਸੇ ਖੁਸ਼ਹਾਲੀ ਹੋਵੇ, ਲੋਕਾਂ ਨੂੰ ਖਾਣ ਪੀਣ ਲਈ ਹਰ ਚੀਜ਼ ਉਹ ਸਸਤੇ ਪ੍ਰਾਈਜ਼ਸ 'ਤੇ ਮਿਲੇ। ਐਂਡ ਆਫ ਕੋਰਸ ਸਪੋਰਟਸ ਜਿਹੜੀ ਆ ਉਹ ਅੱਗੇ ਵਧੇ, ਕਿਉਂਕਿ ਮੈਂ ਸਪੋਰਟਸ ਦੇ ਨਾਲ ਜੁੜਿਆ ਹੋਇਆ। ਮੈਂ ਚਾਹਾਂਗਾ ਕਿ ਸਪੋਰਟਸ ਨੂੰ ਅੱਗੇ ਲੈ ਕੇ ਜਾਇਆ ਜਾਵੇ। ਸਰ ਰੀਸੈਂਟ ਇਨਸੀਡੈਂਟ ਹੋਇਆ, ਚਾਹੇ ਅੰਮ੍ਰਿਤਸਰ ਦਰਬਾਰ ਸਾਹਿਬ ਜਿਹੜਾ ਹੋਇਆ, ਚਾਹੇ ਲੁਧਿਆਣਾ ਬਲਾਸਟ ਦਾ, ਇਹ ਕੁਝ ਤਾਕਤਾਂ ਜਿਹੜੇ ਲੱਗ ਰਹੇ ਨੇ ਉਸ ਚੀਜ਼ ਦਾ? ਜੀ ਬੜੀ ਸ਼ਰਮਨਾਕ ਹਰਕਤ ਹੋਈ ਹੈ ਜੋ ਦਰਬਾਰ ਸਾਹਿਬ ਹੋਈ। ਕਿਸੇ ਨੂੰ ਵੀ ਮੈਨੂੰ ਲੱਗਦਾ ਕਿ ਇਹ ਕੰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਅਸੀਂ ਚਾਹੇ ਉਹ ਦਰਬਾਰ ਸਾਹਿਬ ਹੋਈ ਹੈ ਜਾਂ ਗੀਤਾ ਮੰਦਿਰ ਹੋਈ ਹੈ, ਦੇਵੀ ਤਲਾਬ ਹੋਈ ਹੈ ਜਾਂ ਫਿਰ ਕਿਸੇ ਵੀ ਮਸਜਿਦ ਹੋਈ ਹੈ, ਅਸੀਂ ਕਿਸੇ ਵੀ ਧਰਮ ਦੀ ਉਲੰਘਣਾ ਨਾ ਕਰੀਏ ਔਰ ਕਿਸੇ ਨੂੰ ਵੀ ਧਾਰਮਿਕ ਤੌਰ ਤੇ ਠੇਸ ਨਾ ਪਹੁੰਚਾਈਏ। ਤੁਹਾਡੀ ਬੈਸਟ ਮੈਮਰੀਜ਼ ਰਿਲੇਟਡ ਟੂ ਕ੍ਰਿਕਟ ਬਿਲਕੁਲ ਸਟਾਰਟ ਆਫ ਯੋਰ ਕੈਰੀਅਰ? ਮੇਰੀ ਬੈਸਟ ਮੈਮਰੀ ਇਹੀ ਹੈ ਜੀ ਕਿ ਮੈਂ ਜਦੋਂ ਇੱਥੋਂ ਖੇਲਣ ਗਿਆ ਸੀਗਾ ਇਸੇ ਗਰਾਊਂਡ ਤੋਂ ਹੀ, ਤੋ ਉਸ ਦਿਨ ਮੈਨੂੰ ਭਾਜੀ ਛੱਡ ਕੇ ਆਏ ਸੀ। ਪਹਿਲਾ ਟੈਸਟ ਮੈਚ ਮੈਂ ਖੇਲਣ ਜਾ ਰਿਹਾ ਸੀ ਬੈਂਗਲੌਰ, ਔਰ ਭਾਜੀ ਵੀ ਦੱਸਣਗੇ ਤੁਹਾਨੂੰ ਇਹ ਸਟੋਰੀ। ਤੇ ਜਦੋਂ ਵਾਪਸ ਆਏ ਆ ਤੇ ਸਡਨਲੀ ਥੋੜ੍ਹੇ ਦਿਨਾਂ 'ਚ ਜ਼ਿੰਦਗੀ ਚੇਂਜ ਹੋ ਗਈ ਕਿ ਜਿਹੜਾ ਇੱਕ ਸੁਪਨਾ ਸੀਗਾ ਟੈਸਟ ਕ੍ਰਿਕਟਰ ਬਣਨ ਦਾ ਉਹ ਪੂਰਾ ਹੋਇਆ। ਮੇਰੇ ਕੋਚ ਸਾਹਿਬ ਇਹਨਾਂ ਨੇ ਜਿਹੜਾ ਸੁਪਨਾ ਦੇਖਿਆ ਸੀਗਾ ਉਹ ਪੂਰਾ ਹੋਇਆ। ਔਰ ਮੇਰੀ ਅਗਰ ਕ੍ਰਿਕਟ ਦੀ ਸਭ ਤੋਂ ਵੱਡੀ ਮੂਮੈਂਟ ਜਿਹੜੀ ਹੋਈ ਉਹ ਵਰਲਡ ਕੱਪ 2007 2011। ਪਰ ਇੰਡੀਵਿਜੂਅਲ ਅਗਰ ਗੱਲ ਕਰਾਂ ਤਾਂ ਮੈਂ ਉਹ ਜਦੋਂ ਹੈਟ੍ਰਿਕ ਲਿੱਤੀ ਆਸਟ੍ਰੇਲੀਆ ਦੇ ਨਾਲ, ਪਹਿਲਾ ਹਿੰਦੁਸਤਾਨ ਦਾ ਬੋਲਰ ਬਣਿਆ ਟੈਸਟ ਕ੍ਰਿਕਟ ਦੇ ਵਿੱਚ ਜਿਹਨੇ ਹੈਟ੍ਰਿਕ ਲਈ ਹੋਵੇ। ਔਰ 32 ਵਿਕਟਾਂ ਦਾ ਰਿਕਾਰਡ ਜਿਹੜਾ ਅੱਜ ਵੀ ਕਾਇਮ ਹੈ 3 ਮੈਚਾਂ ਦੇ ਵਿੱਚ, ਉਹ ਮੇਰੇ ਲਈ ਬੜੇ ਯਾਦਗਾਰ ਪਲ ਹੈ। ਬਟ ਜਦੋਂ ਮੈਂ ਇੰਡੀਆ ਲਈ ਖੇਲਿਆ ਉਹ ਹਰ ਦਿਨ ਮੇਰੇ ਲਈ ਬੜਾ ਯਾਦਗਾਰ ਹੈ, ਕਿਉਂਕਿ ਕ੍ਰਿਕਟ ਇੱਕ ਐਸੀ ਚੀਜ਼ ਹੈ। ਹੁਣ ਮੈਂ ਪਿੱਛੇ ਮੁੜ ਕੇ ਦੇਖਦਾ ਕਿ ਆਈ ਵਿਸ਼ ਕਿ ਮੈਂ ਦੁਬਾਰਾ ਖੇਲ ਸਕਾਂ, ਬਟ ਹੁਣ ਮੇਰੀ ਬਾਡੀ ਸ਼ਾਇਦ ਉੱਦਾਂ ਅਲਾਉ ਨਹੀਂ ਕਰੇਗੀ ਕਿ ਮੈਂ ਉਨੀ ਫਿਟਨੈਸ ਦੇ ਨਾਲ ਖੇਲ ਸਕਾਂ। ਤੇ
have you watched 83? No, I have not watched the movie yet. I've seen the trailer. I've spoken to Kapil Paji. I have congratulated him for the movie. I'm sure it's going to be a super duper hit. And Ranveer is unbelievable. You know, ਜਿਹੜਾ ਵੀ ਕਿਰਦਾਰ ਕਰਦਾ ਉਹਦੇ ਵਿੱਚ ਬਿਲਕੁਲ ਹੀ ਉਹ ਲੱਗ ਜਾਂਦਾ ਕਿ ਸ਼ਾਇਦ ਉਹੀ ਕਰ ਰਿਹਾ ਉਹ ਵਾਕਈ ਲੱਗ ਵੀ ਰਿਹਾ ਜਿਵੇਂ ਕਪਿਲ ਭਾਜੀ ਬੋਲ ਰਹੇ ਹਨ ਜਦੋਂ ਟ੍ਰੇਲਰ ਦੇ ਵਿੱਚ ਬੋਲ ਰਹੇ ਆਮ ਸ਼ੋਰ ਦਿਸ ਮੂਵੀ ਵਿਲ ਇਨਸਪਾਇਰ ਮੈਨੀ ਯੰਗਸਟਰ ਟੂ ਟੇਕ ਅਪ ਦਿਸ ਗੇਮ Do you intend ਕਿ ਤੁਹਾਡੇ ਤੇ ਵੀ ਕੋਈ ਬਾਇਓਪਿਕ ਬਣੇ ਜਾਂ ਸਮਥਿੰਗ? ਮੇਰੇ ਤੇ ਜ਼ਰੂਰ ਬਾਇਓਪਿਕ ਤਾਂ ਮੈਨੂੰ ਪਤਾ ਨਹੀਂ ਬਟ ਮੈਂ ਸੋਚ ਰਿਹਾ ਕਿ ਵੈਬ ਸੀਰੀਜ਼ ਜੋ ਹੈ ਉਹ ਬਣਾਈ ਜਾਵੇ ਕਿਉਂਕਿ ਮੇਰੀ ਬੁੱਕ ਆਲਮੋਸਟ ਅਸੀਂ ਲਿਖ ਲਈ ਆ ਇਟਸ ਔਨ ਦ ਵਰਜ ਆਫ ਯੂ ਨੋ ਕਮਿੰਗ ਆਊਟ ਔਰ ਜਦੋਂ ਇੱਕ ਵਾਰੀ ਬੁੱਕ ਬਾਹਰ ਆ ਜਾਏਗੀ ਤੇ ਮੈਂ ਜ਼ਰੂਰ ਚਾਹਾਂਗਾ ਕਿ ਉਸ 'ਤੇ ਬਾਇਓਪਿਕ ਨਹੀਂ ਕਿਉਂਕਿ ਅੱਜ ਕੱਲ੍ਹ ਜ਼ਮਾਨਾ ਜਿਹੜਾ ਡਿਜੀਟਲ ਦਾ ਉਹ ਮੈਂ ਚਾਹਾਂਗਾ ਕਿ ਘਰ ਘਰ ਬੈਠੇ ਬੰਦਾ ਜਿਹੜਾ ਆਪਣੇ ਫ਼ੋਨ 'ਤੇ ਵੀ ਦੇਖ ਸਕੇ ਅਤੇ ਮੈਂ ਵੈਬ ਸੀਰੀਜ਼ ਜਿਹੜੀ ਹੈ ਅਸੀਂ ਉਹ ਪਲਾਨ ਕਰ ਰਹੇ ਹਾਂ Any title you thought of? ਮੇਰੇ ਬੁੱਕ ਦਾ ਟਾਈਟਲ ਹੈ ਜੀ ਦੂਸਰਾ ਚੈਪਟਰ Okay. ਦੂਸਰਾ ਚੈਪਟਰ ਦੂਸਰਾ is like ਦੂਸਰਾ ਚੈਪਟਰ ਕਿਉਂਕਿ ਮੇਰੀ ਜ਼ਿੰਦਗੀ ਦੇ ਵਿੱਚ ਦੂਸਰਾ ਬਹੁਤ ਇੰਪੋਰਟੈਂਟ ਸੀ ਜਦੋਂ ਮੈਂ ਕ੍ਰਿਕਟ ਵੀ ਖੇਲਿਆ ਇੰਡੀਆ ਲਈ ਸਿਲੈਕਟ ਹੋਇਆ ਤੇ ਕਿਉਂਕਿ ਸਕਲੈਨ ਮੁਸ਼ਤਾਕ ਉਹ ਬਾਲ ਕਰਦੇ ਹੁੰਦੇ ਸੀ ਜਿਹੜੀ ਆਫ ਸਪਿਨ ਦੇ ਹੁੰਦੇ ਬਾਹਰ ਚਲੇ ਜਾਂਦੀ ਜਿਹਨੂੰ ਲੈਗ ਕੱਟ ਕਹਿੰਦੇ ਕ੍ਰਿਕਟ ਦੇ ਵਿੱਚ ਪਰ ਉਹਨੂੰ ਦੂਸਰਾ ਕਿਹਾ ਜਾਂਦਾ ਉਹਨੂੰ ਮੇਰੇ ਨਾਲ ਜੋੜ ਦਿੱਤਾ ਗਿਆ ਕਿ ਦੂਸਰਾ ਕੌਣ ਕਰਦਾ ਭੱਜੀ ਔਰ ਇਸੇ ਲਈ ਉਹ ਮੇਰੀ ਜ਼ਿੰਦਗੀ ਦੇ ਨਾਲ ਦੂਸਰਾ ਜਿਹੜਾ ਸ਼ਬਦ ਹੈ ਇੰਨਾ ਵਧੀਆ ਜੁੜ ਗਿਆ ਉਹਨੇ ਦੂਸਰਾ ਚੈਪਟਰ ਮੇਰੀ ਜ਼ਿੰਦਗੀ ਦਾ ਸ਼ੁਰੂ ਹੋ ਰਿਹਾ ਬੁੱਕ ਦਾ ਨਾਮ ਵੀ ਇਸੇ ਲਈ ਦੂਸਰਾ ਚੈਪਟਰ ਤੇ ਦਿਸ ਇਜ਼ ਹਾਊ ਇਟ ਇਜ਼ ਟਰਮੀਨੇਟਰ ਟਾਈਟਲ ਤੁਹਾਨੂੰ ਕਿਹਨੇ ਦਿੱਤਾ ਸੀ? ਟਰਮੀਨੇਟਰ ਦਾ ਟਾਈਟਲ ਇਹ ਆਸਟ੍ਰੇਲੀਅਨ ਕੁਝ ਅਖਬਾਰਾਂ ਨੇ ਲਿਖਿਆ ਸੀ ਟਰਮੀਨੇਟਰ ਇੱਕ ਫਿਲਮ ਆਈ ਸੀਗੀ ਉਸ ਤੋਂ ਬਾਅਦ ਜਿੱਦਾਂ ਦੀ ਉਹ ਸੀਰੀਜ਼ ਹੋਈ ਔਰ ਮੈਂ ਇਕੱਲੇ ਨੇ ਉਹ ਸੀਰੀਜ਼ ਦੇ ਵਿੱਚ ਅਗਰ 32 ਵਿਕਟਾਂ ਲਈਆਂ ਔਰ ਦੂਸਰਾ ਸੈਕਿੰਡ ਹਾਈਐਸਟ ਵਿਕਟ ਟੇਕਰ ਸਚਿਨ ਤੰਦੂਲਕਰ ਸੀ 3 ਵਿਕਟਾਂ ਲੈ ਕੇ ਅਤੇ ਉੱਥੇ ਆਸਟ੍ਰੇਲੀਅਨ ਅਖਬਾਰਾਂ ਦੇ ਵਿੱਚ ਛਪਿਆ ਸੀ ਕਿ ਟਰਮੀਨੇਟਰ ਸਟ੍ਰਾਈਕ ਟਰਮੀਨੇਟਰ ਨੇ ਕੁਛ ਐਸੀਆਂ ਹੈਡਲਾਈਨ ਸੀਗੀਆਂ ਕਿ ਉਦੋਂ ਟਰਮੀਨੇਟਰ ਬਣਾ ਦਿੱਤਾ ਉਹਨਾਂ ਨੇ And everyone is asking ਕਿ ਸਾਈਮਨਸ ਨੇ ਤੁਹਾਨੂੰ ਕੀ ਕਿਹਾ ਸੀ ਉਸ ਦਿਨ? ਸਾਈਮਨ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਜੀ ਉਹਨੂੰ ਲੱਗਿਆ ਕਿ ਮੈਂ ਉਹਨੂੰ ਮੰਕੀ ਕਿਹਾ ਪਰ ਮੈਂ ਉਹਨੂੰ ਕਿਹਾ ਸੀ ਤੇਰੀ ਮਾਂ ਕੀ ਹੁਣ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਉਹਨੂੰ ਹਿੰਦੀ ਨਹੀਂ ਆਉਂਦੀ ਸੀ ਹੁਣ ਜੇ ਉਹ ਗਾਲ ਕੱਢੇਗਾ ਅੰਗਰੇਜ਼ੀ 'ਚ ਕੱਢੇਗਾ ਅਤੇ ਮੈਂ ਜੇ ਕੱਢਾਂਗਾ ਤਾਂ ਮੈਂ ਪੰਜਾਬੀ 'ਚ ਕੱਢਾਂਗਾ ਅਤੇ ਇਹ ਗੱਲ ਹੋਈ ਸੀਗੀ ਉਸ ਛੋਟੀ ਜਿਹੀ ਗੱਲ ਦਾ ਬਹੁਤ ਵੱਡਾ ਪਹਾੜ ਬਣਾ ਦਿੱਤਾ ਬੜੇ ਇਹ ਮੇਰੀ ਬੁੱਕ ਦੇ ਵਿੱਚ ਬੜਾ ਵਧੀਆ ਅਸੀਂ ਰਿਵੀਲ ਕੀਤਾ ਕਿ ਵਾਟ ਐਗਜ਼ੈਕਟਲੀ ਹੈਪਨ ਔਰ ਬੜੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਕੀ ਹੋਇਆ ਕੀ ਨਹੀਂ ਖੈਰੇ ਤਾਂ ਇੱਕ ਛੋਟਾ ਜਿਹਾ ਮੂਮੈਂਟ ਕੀ ਬੋਲਿਆ ਕੀ ਸੁਣਿਆ ਬਟ ਉਸ ਤੋਂ ਇਲਾਵਾ ਜੋ ਮੇਰੇ 'ਤੇ ਬੀਤੀ ਜਾਂ ਉਸ 'ਤੇ ਬੀਤੀ ਉਹ ਸ਼ਾਇਦ ਕਿਸੇ ਨੂੰ ਨਹੀਂ ਪਤਾ ਔਰ ਉਹ ਮੈਂ ਰਿਵੀਲ ਕੀਤਾ ਬੜਾ ਅੱਛਾ ਚੈਪਟਰ ਹੈ ਮੇਰੀ ਬੁੱਕ ਦੇ ਵਿੱਚ And who is writing for you? There is a guy called Kushan Sarkar From? from PTI. He writes for PTI and he's a cricket journalist and there are other couple of people who is helping him. So Yeah. when do you expect them? ਮੈਂ ਕੋਸ਼ਿਸ਼ ਤਾਂ ਇਹ ਕਰ ਰਿਹਾ ਕਿ ਇਸ IPL ਤੋਂ ਪਹਿਲਾਂ ਆ ਜਾਏ ਬਟ ਅਗਰ ਅਸੀਂ ਸੈਟੀਸਫਾਈਡ ਨਹੀਂ ਹੈ ਤਾਂ ਫਿਰ ਅਸੀਂ ਅਕਤੂਬਰ ਨਵੰਬਰ ਦੇ ਵਿੱਚ ਕਰਾਂਗੇ ਜਦੋਂ ਆਸਟ੍ਰੇਲੀਆ ਸੀਰੀਜ਼ ਹੋਏਗੀ ਇੰਡੀਆ ਆਸਟ੍ਰੇਲੀਆ ਜਾਏਗੀ ਉਸ ਤੋਂ ਪਹਿਲਾਂ